ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੇ 1984 ਵਿੱਚ ਸਿੱਖ ਕੌਮ ਦੇ ਉੱਤੇ ਜੋ ਭਾਰਤੀ ਹਾਕਮਾਂ ਨੇ ਕਹਿਰ ਢਾਇਆ, ਉਹਦੀ ਯਾਦ ਨੂੰ ਅੱਜ ਮੁੜ ਤਾਜ਼ਾ ਕਰਨ ਵਾਸਤੇ ਸਾਨ ਫਰਾਂਸਿਸਕੋ ਦੀ ਧਰਤੀ 'ਤੇ ਜੁੜੇ ਗੁਰੂ ਪਿਆਰੀ ਸਾਧ ਸੰਗਤ ਜੀ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੋਈ ਬਹੁਤੀਆਂ ਲੰਮੀਆਂ ਚੌੜੀਆਂ ਵਿਚਾਰਾਂ ਕਰਨ ਦਾ ਸਾਡੇ ਕੋਲ ਸਮਾਂ ਨਹੀਂ। ਮੈਨੂੰ 20 ਮਿੰਟ ਬੋਲਣ ਦਾ ਹੀ ਹੁਕਮ ਹੋਇਆ ਤੇ ਮੈਂ ਕੋਸ਼ਿਸ਼ ਕਰੂੰ ਕਿ ਮੈਂ 20 ਮਿੰਟ ਤੋਂ ਜ਼ਿਆਦਾ ਇੱਕ ਵੀ ਮਿੰਟ ਨਾ ਲਵਾਂ। ਮੈਂ ਇੱਥੇ ਕੁਛ ਮੋਟੀਆਂ ਜਿਹੜੀਆਂ ਮੈਨੂੰ ਮਹੱਤਵਪੂਰਨ ਗੱਲਾਂ ਲੱਗਦੀਆਂ ਹਨ ਅੱਜ ਦੇ ਢੁਕਵੇਂ ਪ੍ਰਸੰਗ ਦੇ ਵਿੱਚ ਤੁਹਾਡੇ ਨਾਲ ਉਹੀ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। ਅੱਜ ਇਹ ਦੇਖ ਕੇ ਮਨ ਬੜਾ ਖੁਸ਼ ਹੋ ਰਿਹਾ, ਇੱਥੇ ਵੀ ਇਕੱਲੇ ਇੱਥੇ ਨਹੀਂ, ਪੰਜਾਬ ਦੇ ਵਿੱਚ ਵੀ ਜਾਂ ਜਿੱਥੇ ਵੀ ਸਿੱਖ ਬੈਠਾ ਹੈ, ਕਿ ਸਾਰਿਆਂ ਦੇ ਮਨਾਂ 'ਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਜੋ ਪਿਆਰ ਸਤਿਕਾਰ ਪ੍ਰਗਟ ਹੋ ਰਿਹਾ ਹੈ, ਇਹ ਬਹੁਤ ਵੱਡੀ ਗੱਲ ਹੈ। ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਇਹ ਪਹਿਲੇ ਦਿਨੋਂ ਇਸ ਤਰ੍ਹਾਂ ਨਹੀਂ ਸੀ ਹੋ ਗਿਆ। ਸੰਤਾਂ ਦਾ ਜੋ 1978 ਤੋਂ ਲੈ ਕੇ 1984 ਤੱਕ 6 ਸਾਲ ਦਾ ਜੋ ਪੀਰੀਅਡ ਹੈ, ਜੇ ਤੁਸੀਂ ਉਹਦੇ ਉੱਤੇ ਝਾਤੀ ਮਾਰੋ, ਖਾਸ ਕਰਕੇ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਕਿਸੇ ਮੌਕੇ ਸੰਤਾਂ ਨੂੰ ਸਟੇਜ 'ਤੇ ਵੀ ਚੜ੍ਹਨ ਨਹੀਂ ਦਿੱਤਾ ਜਾਂਦਾ ਸੀ। ਉਹ ਦਿਨ ਵੀ ਸੀ 1978 'ਚ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ। ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਲੁਧਿਆਣੇ ਦੇ ਵਿੱਚ ਹੋਈ ਸੀ ਅਤੇ ਉੱਥੇ ਸੰਤ ਆਏ ਸੀ, ਪਰ ਸੰਤਾਂ ਨੂੰ ਉਹ ਬੋਲਣ ਲਈ ਸਮਾਂ ਨਹੀਂ ਸੀ ਦੇ ਰਹੇ। ਸੋ ਹੇਠੋਂ ਸੰਗਤ ਨੇ ਰੌਲਾ ਪਾਇਆ ਤਾਂ ਉਹ ਸਮਾਂ ਮਿਲਿਆ ਸੀ। ਸੋ ਜਗ੍ਹਾ ਕੌਮ ਦੇ ਦਿਲਾਂ 'ਚ ਬਣਾਉਣੀ, ਇਹਦੇ ਵਾਸਤੇ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਆਪਣੀ ਸੱਚਾਈ ਤੇ ਇਮਾਨਦਾਰੀ, ਤੁਹਾਨੂੰ ਤਾਂ ਪਤਾ ਹੁੰਦਾ ਕਿ ਮੈਂ ਸੱਚਾ ਤੇ ਮੈਂ ਇਮਾਨਦਾਰ ਹਾਂ, ਪਰ ਲੋਕਾਂ ਦੇ ਵਿੱਚ ਇਹਦੇ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਪਾਏ ਜਾਂਦੇ। ਸੋ ਇਹ ਜਚਾਉਣ ਵਾਸਤੇ ਜਾਂ ਸਾਬਤ ਕਰਨ ਵਾਸਤੇ ਕਿ ਮੈਂ ਸੱਚਾ, ਅਨਫਾਰਚੂਨੇਟਲੀ ਸਾਨੂੰ ਸਿਰ ਦੇਣਾ ਪੈਂਦਾ ਹੈ। ਸਾਡੀ ਕੌਮ ਦਾ ਕੁਛ ਦਸਤੂਰ ਹੀ ਜੇ ਹੈ ਕਿ ਜਿੰਨਾ ਚਿਰ ਬੰਦਾ ਆਪਦੀ ਜਾਨ ਕੁਰਬਾਨ ਨਹੀਂ ਕਰਦਾ, ਉਹਨਾਂ ਚਿਰ ਉਹ 'ਤੇ ਪੂਰਾ ਵਿਸ਼ਵਾਸ ਨਹੀਂ ਕੀਤਾ ਜਾਂਦਾ। ਸੋ ਆਪਦੀ ਅਸਲੀ ਪਛਾਣ ਕਰਾਉਣ ਵਾਸਤੇ ਇੱਥੇ ਸੀਸ ਦੇਣਾ ਪੈਂਦਾ ਹੈ। ਇਹ ਪਤਾ ਮੈਨੂੰ ਵੀ ਹੈ ਅਤੇ ਪਤਾ ਤੁਹਾਨੂੰ ਵੀ ਹੈ, ਪਰ ਇਸ ਰਾਹ 'ਤੇ ਚੱਲ ਸਕਣਾ ਅਤੇ ਇਹਨੂੰ ਅਮਲ 'ਚ ਸਾਕਾਰ ਕਰ ਸਕਣਾ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸੋ ਸੰਤਾਂ ਦਾ ਜੋ ਫਰਕ ਸੀਗਾ, ਮੈਂ ਇੱਥੇ ਸਿਰਫ ਇੰਨੀ ਗੱਲ ਹੈ ਕਿ ਅੱਜ ਸਾਡਾ ਜਿਹੜਾ ਸੰਘਰਸ਼ ਹੈ, ਇਸ ਤੋਂ ਅੱਗੇ ਅਸੀਂ ਜੋ ਵੀ ਕਦਮ ਪੁੱਟਾਂਗੇ ਉਹ ਇਸ ਗੱਲ 'ਤੇ ਖੜ੍ਹਾ ਹੈ ਕਿ ਸਾਨੂੰ ਸੰਤ ਜਰਨੈਲ ਸਿੰਘ ਜੀ ਬਾਰੇ ਸਪਸ਼ਟਤਾ ਕਿੰਨੀ ਕੁ ਹੈ, ਸਤਿਕਾਰ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ, ਮਨਾਂ 'ਚ ਪਿਆਰ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ, ਪਰ ਕੀ ਸਾਨੂੰ ਪੂਰੀ ਸਮਝ ਹੈ? ਤਾਂ ਉਹਨਾਂ ਦਾ ਸਾਨੂੰ ਜੀਵਨ ਦਾ ਇੱਕ ਸਫ਼ਰ ਵੀ ਦੇਖਣਾ ਪਊਗਾ। ਅਗਲੀ ਗੱਲ, ਇੱਥੇ ਜੋ ਮੈਂ ਜਜ਼ਬਾਤ ਦੇਖ ਰਿਹਾ, ਉਹ ਦੇਖ ਕੇ ਬੜਾ ਮਨ ਖੁਸ਼ ਹੁੰਦਾ ਹੈ, ਕਿਉਂਕਿ ਜਦੋਂ ਵੀ ਕੌਮਾਂ ਨੇ ਆਪਣਾ ਘਰ ਬਣਾਉਣਾ ਹੋਵੇ, ਆਪਣਾ ਕੁਛ ਵੀ ਹਾਸਲ ਕਰਨਾ ਹੋਵੇ, ਤਾਂ ਪਹਿਲੀ ਲੋੜ ਇਹ ਹੁੰਦੀ ਹੈ ਕਿ ਅੰਦਰ ਲੜਨ ਦਾ ਜਜ਼ਬਾ ਹੈ ਕਿ ਨਹੀਂ। ਜੇ ਜਜ਼ਬਾ ਨਹੀਂ ਤਾਂ ਕੌਮ ਮੁਰਦਾ ਹੋ ਜਾਂਦੀ ਹੈ, ਅਤੇ ਮੁਰਦਾ ਕੌਮਾਂ ਕਦੇ ਨਾ ਆਪਦਾ ਘਰ ਬਣਾ ਸਕਦੀਆਂ, ਨਾ ਆਪਦੀ ਤਕਦੀਰ ਦੀਆਂ ਮਾਲਕ ਬਣ ਸਕਦੀਆਂ। ਸੋ ਉਹ ਜਜ਼ਬਾ ਜਿਹੜਾ ਪ੍ਰਗਟ ਹੋਣ ਦਾ ਅਮਲ ਕੀ ਹੁੰਦਾ ਹੈ, ਇਹ ਸਾਨੂੰ ਅੱਜ ਨਹੀਂ ਪਤਾ। ਇਹ ਜਜ਼ਬਾ ਮੁੱਢ ਤੋਂ ਇਸ ਤਰ੍ਹਾਂ ਨਹੀਂ ਸੀ, ਇਹ ਜਜ਼ਬਾ ਮਰ ਚੁੱਕਿਆ ਸੀ। ਅਪਮਾਨ ਸਹਿਣ ਦੇ ਆਦੀ ਹੋ ਚੁੱਕੇ ਸੀਗੇ ਸਿੱਖ ਆਗੂ ਵੀ, ਤੇ ਬਾਰ-ਬਾਰ ਅਪਮਾਨ ਸਹਿੰਦੇ ਸੀ।
ਸੋ ਅਣਖ ਤੇ ਗੈਰਤ ਜਿਹੜੀ ਸੀਗੀ, ਜੋ ਸਾਨੂੰ ਗੁਰੂਆਂ ਨੇ ਸਿਖਾਈ, ਸਾਡੇ ਅੰਦਰ ਜੋ ਭਰੀ ਸੀ, ਉਹ ਖਤਮ ਹੋ ਚੱਲੀ ਸੀ। ਤੋ ਸੰਤ ਜਰਨੈਲ ਸੁਣੇ ਆ ਕੇ ਕੌਮ ਦੇ ਵਿੱਚ ਉਹ ਅਣਖ ਤੇ ਗੈਰਤ ਮੁੜ ਕੇ ਭਰੀ। ਸੋ ਉਹ ਸਾਰੇ ਅਮਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਮੈਂ ਗੱਲ ਕੀਤੀ ਸੀ ਕਿ ਕੌਮਾਂ ਨੇ ਜਦੋਂ ਕੋਈ ਵੱਡੀ ਪ੍ਰਾਪਤੀ ਕਰਨੀ ਹੈ, ਜਜ਼ਬਾ ਪਹਿਲੀ ਲੋੜ ਹੈ, ਪਰ ਇਕੱਲੇ ਜਜ਼ਬੇ ਨਾਲ ਕਦੇ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਹੁੰਦੀ। ਮਨਾਂ ਦੇ ਵਿੱਚ ਹਮੇਸ਼ਾ ਕੁਛ ਧੁੰਦ, ਕੁਛ ਜਾਲੇ ਹੁੰਦੇ ਨੇ। ਜਿੰਨਾ ਚਿਰ ਉਹ ਜਾਲੇ ਨਹੀਂ ਲੈਂਦੇ, ਤੁਹਾਨੂੰ ਆਪਦਾ ਰਸਤਾ, ਆਪਦੀ ਦਿਸ਼ਾ ਪਤਾ ਨਹੀਂ ਲੱਗਦਾ ਕਿ ਅਸੀਂ ਕਿੱਧਰ ਨੂੰ ਜਾਣਾ ਤੇ ਕਿਵੇਂ ਜਾਣਾ ਹੈ, ਅਗਲਾ ਕਦਮ ਕਿਹੜਾ ਚੁੱਕਣਾ ਤੇ ਕਿਸ ਤਰ੍ਹਾਂ ਚੁੱਕਣਾ ਹੈ। ਸੰਤ ਜਰਨੈਲ ਸਿੰਘ ਨੇ ਸਾਰੀ ਕੌਮ ਨੂੰ ਇਹਦੇ ਵਾਸਤੇ ਟ੍ਰੇਨਡ ਕੀਤਾ। ਸੋ ਸਾਡੇ ਕੌਮ ਦੇ ਮਨਾਂ 'ਚ ਜੋ ਇੱਕ ਭਰਮ ਪੈਦਾ ਹੋ ਗਏ ਸੀਗੇ, ਜੋ ਧੁੰਦ ਪੈਦਾ ਹੋ ਗਈ ਸੀ, ਜੋ ਜਾਲੇ ਲੱਗ ਗਏ ਸੀਗੇ, ਉਹ ਜਾਲੇ ਲਾਹੇ। ਉਹ ਕਿਵੇਂ ਲਾਹੇ? ਅੱਜ ਕਈ ਸਾਨੂੰ ਗੱਲਾਂ ਬੜੀਆਂ ਦੇਖ ਕੇ ਇਹ ਲੱਗਦੀਆਂ ਕਿ ਇਹ ਤਾਂ ਬੜੀ ਆਮ ਜੀ ਗੱਲ ਹੈ, ਇਹਦੇ 'ਚ ਕੋਈ ਵੱਡੀ ਗੱਲ ਤਾਂ ਹੈ ਨਹੀਂ, ਪਰ ਗੱਲਾਂ ਵੱਡੀਆਂ ਸੀ। ਹੁਣ ਅਸੀਂ ਕਹਿ ਦਿੰਦੇ ਹਾਂ ਕਿ ਦਰਬਾਰ ਸਾਹਿਬ 'ਤੇ ਹਮਲਾ, ਇਹ ਬੜੀ ਆਮ ਜੀ ਗੱਲ ਹੈ, ਪਹਿਲਾਂ ਵੀ ਹੁੰਦੇ ਆਏ ਨੇ ਤੇ ਹੁਣ ਵੀ ਹੋਏ ਨੇ। ਇਹ ਇੰਨੀ ਆਮ ਗੱਲ ਨਹੀਂ। ਇਹ ਠੀਕ ਹੈ ਕਿ ਹਮਲੇ ਪਹਿਲਾਂ ਨਹੀਂ ਸੀ, ਇਦੋਂ ਪਹਿਲਾਂ ਵੀ ਹਮਲੇ ਹੋਏ, ਪਰ ਤੁਸੀਂ ਇੱਕ ਗੱਲ ਦੇਖੋ, ਇਹ ਹਮਲਾ 219 ਸਾਲਾਂ ਦੇ ਵਕਫੇ ਬਾਅਦ ਹੋਇਆ ਹੈ। ਪਹਿਲੇ ਹਮਲੇ ਹੋਏ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗੈਰਾਂ ਵੱਲੋਂ, ਹਮਲਾਵਰਾਂ ਨੇ ਆ ਕੇ ਕੀਤੇ, ਜੋ ਸਾਡੇ ਆਪਦੇ ਨਹੀਂ ਸੀ। ਇਸ ਕਰਕੇ ਉਹਨਾਂ ਬਾਰੇ ਸਾਡੇ ਮਨਾਂ ਦੇ ਵਿੱਚ ਕੋਈ ਵੀ ਭੁਲੇਖਾ ਨਹੀਂ ਸੀ ਕਿ ਇਹ ਕੌਣ, ਅਸੀਂ ਕੌਣ ਹੈ ਤੇ ਸਾਡਾ ਇਹਦੇ ਨਾਲ ਰਿਸ਼ਤਾ ਕੀ ਹੈ। ਸੋ ਕੌਮ ਇਹ ਸਮਝਣ ਲੱਗ ਗਈ ਸੀ ਕਿ ਉਹ ਤਾਂ ਗੈਰ ਸੀ, ਹੁਣ ਜਿਹੜੇ ਹਾਕਮ ਨੇ ਉਹ ਸਾਡੇ ਆਪਣੇ ਨੇ। ਸੋ ਹੁਣ ਸਾਡੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ। ਸੋ ਗੱਲ ਜਿੰਨਾ ਚਿਰ ਵਾਪਰਨੀ ਨਹੀਂ ਸੀ, ਮਨ ਦੇ ਵਿੱਚੋਂ ਇਹ ਭਰਮ ਨਹੀਂ ਟੁੱਟਣਾ ਸੀ। ਸੋ ਇਹ ਭਰਮ ਜਿੰਨਾ ਚਿਰ ਨਹੀਂ ਟੁੱਟਣੇ ਸੀ, ਉਹਨਾਂ ਚਿਰ ਕੌਮ ਨੂੰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਆਪਣੀ ਹੋਣੀ ਦਾ, ਆਪਣੀ ਤਕਦੀਰ ਦੇ ਆਪ ਮਾਲਕ ਬਣਨ, ਉਹਦੇ ਵਾਸਤੇ ਤਿਆਰ ਕੌਮ ਨੇ ਨਹੀਂ ਹੋਣਾ ਸੀ। ਸੋ ਪਹਿਲੇ ਹਮਲੇ ਹੋਏ ਨੇ, ਜਿਹਨੂੰ ਅਸੀਂ ਆਪ ਹੀ ਉਹਨਾਂ ਨੂੰ ਗੈਰ ਕਹਿੰਦੇ ਸੀ ਤੇ ਸੀਗੀ ਵੀ ਉਹ ਗੈਰ। ਸੋ ਇਹ ਜਿਹੜਾ ਹਮਲਾ ਹੋਇਆ, ਇਹ ਇੱਕ ਨਵੇਂ ਯੁੱਗ ਦੇ ਵਿੱਚ ਹੋਇਆ। ਉਹਨੂੰ ਅਸੀਂ ਮੱਧ ਯੁੱਗ ਕਹਿ ਦਿੰਦੇ ਹਾਂ, ਵਹਿਸ਼ਤ ਦਾ ਯੁੱਗ। ਉੱਥੇ ਜਮਹੂਰੀਅਤ ਨਹੀਂ ਸੀ ਜੀ, ਉੱਥੇ ਧੱਕਾ ਚੱਲਦਾ ਸੀਗਾ, ਉੱਥੇ ਜ਼ੁਲਮ ਬਹੁਤ ਹੁੰਦੇ ਸੀ। ਤੇ ਅੱਜ ਦੇ ਯੁੱਗ ਦੀ ਪਰਿਭਾਸ਼ਾ ਕੀ ਦਿੱਤੀ ਜਾਂਦੀ ਹੈ ਕਿ ਅੱਜ ਦਾ ਜਿਹੜਾ ਯੁੱਗ ਹੈ, ਇਹ ਜਮਹੂਰੀਅਤ ਦਾ ਤੇ ਅਮਨ ਦਾ ਯੁੱਗ ਹੈ। ਇਹ ਇੱਕ ਭਰਮ ਸਾਡੇ ਮਨਾਂ 'ਚ ਵਹਿ ਗਿਆ ਸੀ ਕਿ ਭਾਰਤ ਇੱਕ ਜਮਹੂਰੀ ਦੇਸ਼ ਹੈ ਤੇ ਭਾਰਤ ਦੇ ਹਾਕਮ ਸਾਥੋਂ ਪਰਾਏ ਨਹੀਂ, ਸਾਡੇ ਆਪਦੇ। ਇਹ ਭਰਮ ਟੁੱਟਣਾ ਬਹੁਤ ਜ਼ਰੂਰੀ ਸੀ। ਸੋ ਇਹ ਭਰਮ ਤੋੜਨ ਵਾਸਤੇ ਸੰਤਾਂ ਨੂੰ ਸ਼ਹਾਦਤ ਦੇਣੀ ਪੈਣੀ ਸੀ। ਇਹ ਸੰਤਾਂ ਨੂੰ ਪਤਾ ਸੀਗਾ। ਸੋ ਸੰਤਾਂ ਦਾ ਹਰ ਕਦਮ 1978 ਦੀ ਵਿਸਾਖੀ ਤੋਂ ਲੈ ਕੇ 1984 ਤੱਕ ਜੋ ਵੀ ਕਦਮ ਪੁੱਟਿਆ, ਉਹ ਸ਼ਹਾਦਤ ਵੱਲ ਜਾਂਦਾ ਹੀ ਕਦਮ ਸੀਗਾ ਉਹਨਾਂ ਦਾ। ਸੋ ਇੰਨੀ ਸਪਸ਼ਟਤਾ ਨਾਲ ਸੰਤ ਚੱਲੇ ਤੇ ਕੌਮ ਦੇ ਮਨਾਂ ਦੇ ਵਿੱਚੋਂ ਵੀ ਜਿਹੜੇ ਭਰਮ ਭੁਲੇਖੇ ਸੀ, ਉਹ ਉਹਨਾਂ ਨੇ ਸਾਰੇ ਕੱਢੇ। ਦੂਜੀ ਗੱਲ, ਜਿਹੜੇ ਸਾਡੇ ਆਗੂ ਹੈ, ਇੱਕ ਮੌਕਾ ਸੀ ਜਦੋਂ ਸਾਡੇ ਲੋਕਾਂ ਨੂੰ ਆਪਦੇ ਆਗੂਆਂ 'ਚ ਬਹੁਤ ਵਿਸ਼ਵਾਸ ਸੀ। ਅਜੇ ਸੰਤਾਂ 'ਚ ਉਹਨਾਂ ਵਿਸ਼ਵਾਸ ਨਹੀਂ ਸੀ, ਕਿਉਂਕਿ ਸੰਤਾਂ ਬਾਰੇ ਬੜੇ ਭੁਲੇਖੇ ਤੇ ਭਰਮ ਫੈਲਾਏ ਗਏ ਸੀ। ਇਹ ਕਾਂਗਰਸ ਨੇ ਖੜਾ ਕੀਤਾ ਹੈ ਤਾਂ ਕਾਂਗਰਸ ਦਾ ਏਜੰਟ ਹੈ। ਅੱਜ ਤੁਹਾਨੂੰ ਨਹੀਂ ਪਤਾ, ਇਸ ਗੱਲਬਾਤ ਦਾ ਪ੍ਰਭਾਵ ਲੋਕਾਂ 'ਤੇ ਬਹੁਤ ਪੈ ਚੁੱਕਿਆ ਸੀਗਾ। ਸੰਤਾਂ ਦੀਆਂ ਸਪੀਚਾਂ ਵੀ ਸੁਣੋ, ਉਹ ਬਾਰ-ਬਾਰ ਇਸ ਗੱਲ ਨੂੰ ਲਿਆਉਂਦੇ ਕਿ ਮੇਰੇ 'ਤੇ ਇਲਜ਼ਾਮ ਲੱਗਦੇ ਨੇ ਤੇ ਲਾਉਣ ਵਾਲੇ ਕੌਣ, ਜਿਨ੍ਹਾਂ ਦੇ ਖੁਦ ਕਾਂਗਰਸੀਆਂ ਨਾਲ ਸੰਬੰਧ ਹਨ, ਜਿਹੜੇ ਕਾਂਗਰਸੀਆਂ ਨੂੰ ਆਪਣੀਆਂ ਕੁੜੀਆਂ ਤੱਕ ਵਿਆਹੁੰਦੇ, ਉਹ ਸਾਡੇ 'ਤੇ ਇਹ ਇਲਜ਼ਾਮ ਲਾਉਂਦੇ। ਸੋ ਸੰਤਾਂ ਨੇ ਆਪਦੀ ਸਾਰੀ ਸ਼ਹਾਦਤ ਦੇ ਕੇ ਆਪਦੇ ਆਪ ਨੂੰ ਸਾਬਤ ਕੀਤਾ ਕਿ ਮੈਂ ਕੌਣ ਹਾਂ ਤੇ ਤੁਸੀਂ ਕੌਣ ਹੋ। ਸੋ ਇਹ ਇੱਕ ਸਫ਼ਰ ਹੈ,
ਸੰਤਾਂ ਨੇ ਪੈਰ ਪੈਰ ਦੇ ਉੱਤੇ ਆਪਣੀ ਸੱਚਾਈ ਦਾ ਲੋਕਾਂ ਸਾਹਮਣੇ ਸਬੂਤ ਪ੍ਰਮਾਣ ਸਾਬਤ ਕੀਤਾ। ਬੜੇ ਭਰਮ ਸੀ, ਇੱਕ ਤਾਂ ਹਾਕਮਾਂ ਬਾਰੇ, ਇੱਕ ਯੁੱਗ ਬਾਰੇ ਕਿ ਅੱਜ ਦੇ ਯੁੱਗ 'ਚ ਇਹ ਗੱਲ ਨਹੀਂ ਵਾਪਰ ਸਕਦੀ, ਉਹ ਤਾਂ ਪੁਰਾਣੇ ਜ਼ਮਾਨੇ ਸੀ ਜਿਹਨੂੰ ਮੱਧ ਯੁੱਗ ਕਹਿੰਦੇ ਆ। ਅੱਜ ਤਾਂ ਜਮਹੂਰੀਅਤ ਦਾ ਯੁੱਗ ਹੈ। ਇਹ ਜਮਹੂਰੀਅਤ ਦਾ ਜਿਹੜਾ ਇੱਕ ਭਰਮ ਜਿਹਾ ਸਾਡੇ 'ਚ ਫੈਲਾਇਆ ਪਿਆ ਸੀਗਾ, ਉਹ ਤੋੜਨਾ ਬਹੁਤ ਜ਼ਰੂਰੀ ਸੀਗਾ। ਦੂਜੀ ਗੱਲ, ਮੈਂ ਖੁਦ ਇਸ ਗੱਲ ਦਾ ਚਸ਼ਮਦੀਦ ਗਵਾਹ, ਅਸੀਂ ਉਸ ਪੀੜ ਦੇ ਵਿੱਚ ਦੇਖਿਆ ਕਿ ਜਦੋਂ ਸੰਤ ਅਕਾਲ ਤਖਤ ਸਾਹਿਬ 'ਤੇ ਜਾ ਕੇ ਬੈਠੇ ਨੇ, ਕੌਮ ਦੇ ਅੰਦਰੋਂ ਹੀ ਬਹੁਤ ਵੱਡਾ ਵਿਰੋਧ ਹੋਇਆ ਸੀ ਕਿ ਕੀ ਹਥਿਆਰ ਲੈ ਕੇ ਅਕਾਲ ਤਖਤ ਸਾਹਿਬ 'ਤੇ ਜਾਣਾ, ਅਕਾਲ ਤਖਤ ਸਾਹਿਬ ਦੀ ਮੋਰਚਾਬੰਦੀ ਕਰਨੀ, ਕੀ ਅੱਜ ਦੇ ਸਮੇਂ 'ਚ ਜਾਇਜ਼ ਹੈ? ਸੋ ਗੱਲ ਅੱਜ ਦੇ ਸਮੇਂ 'ਤੇ ਆ ਕੇ ਖੜ ਜਾਂਦੀ ਹੈ ਕਿ ਅੱਜ ਦਾ ਸਮਾਂ ਕੀ ਹੈ। ਅੱਜ ਦੇ ਸਮੇਂ ਬਾਰੇ ਲੋਕਾਂ ਦੇ ਮਨਾਂ 'ਚ ਬਹੁਤ ਭਰਮ ਸੀ, ਜਿਹੜੇ ਸੰਤਾਂ ਨੇ ਹੌਲੀ ਹੌਲੀ ਪੜਾਅ ਦਰ ਪੜਾਅ ਉਹ ਤੋੜੇ। ਅੱਜ ਸਾਨੂੰ ਇਹ ਲੱਗ ਸਕਦਾ ਇਹਦੇ 'ਚ ਤਾਂ ਗੱਲ ਹੀ ਕੁਛ ਨਹੀਂ, ਇਹ 'ਚ ਰੌਲਾ ਕੀ ਹੈ। ਇਹ ਰੌਲਾ ਬਹੁਤ ਸੀਗਾ, ਇਹ ਗੱਲ ਬਹੁਤ ਉਠਾਈ ਗਈ, ਬਹੁਤ ਧਮਾਈ ਗਈ ਕਿ ਸੰਤਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ। ਸੋ ਜਦੋਂ ਸੰਤ ਸ਼ਹੀਦ ਵੀ ਹੋਏ ਨਾ, ਮੈਨੂੰ ਪਤਾ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ, ਮੈਂ ਤੁਰ ਫਿਰ ਕੇ ਦੇਖਿਆ, ਲੋਕਾਂ ਨੂੰ ਮਿਲਿਆ, ਸਿੱਖ ਪਰਿਵਾਰਾਂ 'ਚ ਗਿਆ, ਦੁੱਖ ਬਹੁਤ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ, ਬੜਾ ਨੁਕਸਾਨ ਹੋ ਗਿਆ, ਪਰ ਉਹ ਬਰਾਬਰ ਦਾ ਦੋਸ਼ੀ ਸੰਤ ਜਰਨੈਲ ਸਿੰਘ ਨੂੰ ਵੀ ਮੰਨ ਰਹੇ ਸੀ। ਉਸ ਮੌਕੇ ਦੀ ਇਹ ਹਕੀਕਤ ਸੀ, ਇਹ ਭੁੱਲਿਓ ਨਾ। ਉੱਥੋਂ ਚੱਲ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਇਸ ਪੱਖੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਕੌਮ ਜਾਗਰੂਕ ਹੋ ਚੁੱਕੀ ਹੈ। ਜਿਹੜੇ ਭਰਮ ਉਦੋਂ ਪਾਤੇ, ਅੱਜ ਉਹ ਭਰਮ ਨਹੀਂ ਪਾਏ ਜਾ ਸਕਦੇ। ਕੁਛ ਗੱਲਾਂ ਤਾਂ ਸਾਫ਼ ਹੋਈਆਂ, ਪਰ ਅਜੇ ਕੁਛ ਗੱਲਾਂ ਹੀ ਸਾਫ਼ ਹੋਈਆਂ, ਕਿਉਂਕਿ ਇੱਕ ਭਰਮ ਟੁੱਟਦਾ ਨਵਾਂ ਹੋਰ ਆ ਖੜਦਾ ਹੈ। ਅੱਜ ਵੀ ਸਾਡੇ ਵਿੱਚ ਕੁਛ ਨਾ ਕੁਛ ਇਹੋ ਜਿਹੇ ਭਰਮ ਨੇ। ਸੋ ਇਸ ਕਰਕੇ ਜਦੋਂ ਮੈਂ ਕਹਿਣਾ ਕਿ ਜਦੋਂ ਆਜ਼ਾਦੀ ਵੱਲ ਨੂੰ ਵਧਣਾ, ਇੱਕ ਤਾਂ ਜਜ਼ਬਾ ਅਤੇ ਦ੍ਰਿੜਤਾ ਚਾਹੀਦੀ ਹੈ। ਦੂਜੀ ਗੱਲ, ਤੁਸੀਂ ਇਹ ਦੇਖੋ ਕਿ ਕੌਮ ਦੇ ਲੋਕਾਂ ਦੇ ਮਨਾਂ 'ਚ ਭਰਮ ਕਿਸ ਕਿਸਮ ਦੇ, ਅਤੇ ਉਹ ਭਰਮ ਤੋੜਨੇ ਪੈਂਦੇ। ਸੰਤਾਂ ਨੇ ਉਹ ਭਰਮ ਤੋੜੇ। ਇਹ ਚਲੋ ਸਿਲਸਿਲਾ ਚੱਲਿਆ, ਹੌਲੀ 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 ਕਿਤਾਬਾਂ ਪਹਿਲਾਂ ਉਹਨਾਂ ਨੇ ਲਿਖੀਆਂ, ਸੰਤਾਂ ਨੂੰ ਬਦਨਾਮ ਕੀਤਾ ਗਿਆ ਪੂਰਾ, ਜਿੰਨਾ ਜ਼ੋਰ ਲਾ ਸਕਦੇ। ਜਿਨ੍ਹਾਂ ਨੇ ਹਮਲਾ ਕੀਤਾ ਉਹੀ ਦੱਸ ਰਹੇ ਸੀਗੇ ਕੀ ਹੋਇਆ। ਜਿਨ੍ਹਾਂ ਨਾਲ ਹੋਇਆ ਉਹਨਾਂ ਦੀ ਤਾਂ ਕਿਤੇ ਗੱਲ ਹੀ ਨਹੀਂ ਸੀ ਜਾ ਰਹੀ। ਹੌਲੀ ਹੌਲੀ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਦਾ ਪੱਖ ਵੀ ਗਿਆ। ਅਤੇ ਇੱਕ ਗੱਲ ਬੜੀ ਜਿਹੜੀ ਜਿਹਨੇ ਸਾਨੂੰ ਬਚਾਇਆ ਅਤੇ ਅੱਗੇ ਨੂੰ ਵੀ ਬਚਾਉਣਾ ਹੈ ਕਿ ਸਿੱਖ ਬਾਹਰ ਬਹੁਤ ਨਿਕਲ ਗਿਆ ਸੀਗਾ, ਆ ਚੁੱਕਿਆ ਸੀ ਖਾੜਕੂ ਸੰਘਰਸ਼ ਦੇ ਦੌਰਾਨ। ਸੋ ਜਦੋਂ ਤੁਸੀਂ ਉਸ ਹਕੂਮਤ ਦੇ ਦਾਬੇ ਤੋਂ ਅਤੇ ਗਲਬੇ ਤੋਂ ਮੁਕਤ ਹੁੰਦੇ ਹੋ ਤਾਂ ਤੁਹਾਨੂੰ ਗੱਲਾਂ ਵੱਧ ਸਪਸ਼ਟ ਅਤੇ ਸਹੀ ਦਿਸਣ ਲੱਗ ਜਾਂਦੀਆਂ। ਜਿਹੜਾ ਦਾਬਾ ਹੈ ਨਾ ਤੁਹਾਡੇ ਉੱਤੇ, ਲਗਾਤਾਰ ਦਬਾਅ ਪਿਆ ਰਹਿਣਾ, ਉਹਦੇ 'ਚ ਅੱਜ ਤੁਹਾਨੂੰ ਇੱਥੇ ਬੈਠਿਆ ਨਹੀਂ ਇਹ ਗੱਲ ਸਮਝ ਆ ਸਕਦੀ। ਜਿਹੜੇ ਬੰਦੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਕਿਸ ਕਿਸਮ ਦੇ ਦਬਾਅ 'ਚ ਅਤੇ ਕਿਸ ਕਿਸਮ ਦੀਆਂ ਹਾਲਤਾਂ 'ਚ ਜਿਉਣਾ ਪੈ ਰਿਹਾ ਹੈ। ਉੱਥੇ ਗੱਲਾਂ ਸਾਫ਼ ਹੋਣ ਨੂੰ, ਸਪਸ਼ਟਤਾ ਹੋਣ ਨੂੰ, ਚੇਤਨਤਾ ਆਉਣ ਨੂੰ ਟਾਈਮ ਲੱਗਦਾ, ਜ਼ੋਰ ਲਾਉਣਾ ਪੈਂਦਾ ਹੈ। ਇੱਥੇ ਉਹ ਗੱਲਾਂ ਬਿਲਕੁਲ ਨਹੀਂ, ਕੋਈ ਗੱਲ ਦੱਸਣ ਦੀ ਵੀ ਲੋੜ ਨਹੀਂ। ਸੋ ਇਹਦੇ 'ਚੋਂ ਇੱਕ ਤਾਂ ਇਹ ਗੱਲ ਬਣਦੀ ਹੈ ਕਿ ਆਜ਼ਾਦੀ ਅਤੇ ਗੁਲਾਮੀ ਦਾ ਫਰਕ ਕੀ ਹੈ। ਇੱਕ ਆਜ਼ਾਦ ਫਿਜ਼ਾ ਹੈ, ਤੁਸੀਂ ਸਾਹ ਲੈ ਰਹੇ ਹੋ ਇੱਕ ਆਜ਼ਾਦ ਫਿਜ਼ਾ ਦੇ ਵਿੱਚ, ਅਤੇ ਤੁਹਾਡੇ ਤਾਂ ਆਪਦੇ ਆਪ ਜੀ ਕਈ ਗੱਲਾਂ ਆਪਦੇ ਆਪ 'ਚ ਹੀ ਸਾਫ਼ ਹੋ ਜਾਂਦੀਆਂ ਨੇ, ਉੱਥੇ ਯਤਨ ਕਰਕੇ ਤੋੜਨੀਆਂ ਪੈਂਦੀਆਂ। ਸੋ ਜਿਹਦੇ ਵਿੱਚੋਂ ਫਿਰ ਮੈਂ ਜਿਹੜੀ ਗੱਲ 'ਤੇ ਆ ਰਿਹਾ ਕਿ ਸਾਡੇ ਵਾਸਤੇ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਅੱਜ ਦੇ ਯੁੱਗ 'ਚ ਖਾਸ ਕਰਕੇ ਜਿੱਥੇ ਸਾਰੀ ਗੱਲ ਪ੍ਰਾਪੇਗੰਡੇ 'ਤੇ ਖੜੀ ਹੈ, ਮੀਡੀਏ 'ਤੇ ਖੜੀ ਹੈ, ਕਿ ਕੌਣ ਆਪਦਾ ਪੱਖ ਲੈ ਗਿਆ ਜ਼ਿਆਦਾ ਜ਼ੋਰ ਨਾਲ, ਉਹੀ ਸੱਚਾ ਸਾਬਤ ਹੋ ਜਾਂਦਾ ਹੈ। ਉਹਨਾਂ ਕੋਲੇ ਸਾਧਨ ਬਹੁਤ ਨੇ, ਉਹ ਆਪਦੀਆਂ ਗੱਲਾਂ ਬਾਰ-ਬਾਰ ਲਿਜਾਈ ਜਾ ਰਹੇ, ਅਤੇ ਸਾਨੂੰ ਵੀ ਆਪਦਾ, ਜਿਹਨੂੰ ਅਸੀਂ ਨੈਰੇਟਿਵ ਕਹਿੰਦੇ ਹਾਂ ਜਾਂ ਬਿਰਤਾਂਤ ਕਹਿੰਦੇ ਹਾਂ, ਸਾਡਾ ਦੁਸ਼ਮਣ ਆਪਦਾ ਬਿਰਤਾਂਤ ਲਗਾਤਾਰ ਲਿਜਾਈ ਜਾ ਰਿਹਾ, ਪਰ ਸਾਡਾ ਬਿਰਤਾਂਤ, ਸਾਡਾ ਪੱਖ ਜਾਂਦਾ ਹੈ ਕਿ ਨਹੀਂ ਜਾਂਦਾ। ਇਹ ਜਿੰਨਾ ਚਿਰ ਨਹੀਂ ਜਾਊਗਾ ਅਸੀਂ ਸੱਚੇ ਹੁੰਦੇ ਵੀ ਹਾਰਦੇ ਰਹਾਂਗੇ। ਇਹ ਸੰਤਾਂ ਨੇ ਦਿਖਾਇਆ ਉਸ ਮੌਕੇ, ਹਾਲਾਂਕਿ ਪ੍ਰਾਪੇਗੰਡੇ ਦੇ ਸਾਧਨ ਬੜੇ ਸੀਮਿਤ ਸੀ,
ਸੰਤ ਤਾਂ ਸਪੀਚਾਂ ਹੀ ਦਿੰਦੇ ਸੀ ਨਾ ਰੋਜ਼। ਚਲੋ ਉਹਦੀਆਂ ਕੁਛ ਕੈਸਟਾਂ ਬਣ ਕੇ ਥੋੜ੍ਹੇ ਲੋਕਾਂ ਤੱਕ ਜਾਂਦੀਆਂ ਸੀ, ਕੁਛ ਬਾਹਰਲੇ ਰੇਡੀਓ ਉਹਨਾਂ ਗੱਲਾਂ ਨੂੰ ਰਿਪੋਰਟ ਕਰ ਦਿੰਦੇ ਸੀ, ਕੁਛ ਬਾਹਰਲੇ ਅਖਬਾਰ ਕਰ ਦਿੰਦੇ ਸੀ। ਉਹ ਸਮੇਂ 'ਚ ਬੜੀਆਂ ਸੀਮਤਾਈਆਂ ਸੀ। ਸੋ ਆਪਦੇ ਬਿਰਤਾਂਤ ਦੀ ਮਹੱਤਤਾ ਕੀ ਹੈ, ਇਹ ਆ ਕੇ ਕਿਸਾਨ ਅੰਦੋਲਨ ਨੇ ਫੇਰ ਤੁਹਾਨੂੰ ਦਿਖਾਇਆ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕਿਸਾਨ ਅੰਦੋਲਨ ਦਿੱਲੀ ਜਦੋਂ ਜਾ ਕੇ ਸੈਂਟਰ ਬਣਿਆ ਤਾਂ ਉੱਥੇ 32 ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਜਿਨ੍ਹਾਂ ਵਿੱਚੋਂ 95% ਘੱਟੋ ਘੱਟ ਕਾਮਰੇਡਾਂ ਦੀਆਂ ਜਥੇਬੰਦੀਆਂ ਸੀ। ਉਹਨਾਂ ਦਾ ਗਲਬਾ ਸੀ ਸਾਰੇ ਸੰਘਰਸ਼ ਦੇ ਉੱਤੇ। ਸਟੇਜ ਤੋਂ ਬੋਲਿਆ ਕੀ ਜਾਂਦਾ ਹੈ, ਮੀਡੀਆ ਦੇ ਵਿੱਚ ਕਿਹੜੀ ਗੱਲ ਆਉਂਦੀ ਹੈ, ਕਿਹਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾਂਦਾ ਹੈ, ਉਹ ਉਹਨਾਂ ਕਿਸਾਨ ਆਗੂਆਂ ਦੇ ਬਿਆਨ ਆਉਂਦੇ ਸੀਗੇ। ਸਾਡੀ ਗੱਲ ਕਿਤੇ ਜਾਂਦੀ ਨਹੀਂ ਸੀ। ਤੇ ਲੋਕਾਂ ਨੂੰ ਇਹ ਭਰਮ ਪੈਦਾ ਹੋ ਗਿਆ ਸੀ ਕਿ ਜੋ ਕੁਝ ਵੀ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ। ਤੇ ਉਹਨਾਂ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਪ੍ਰਭਾਵ ਬਣ ਰਿਹਾ ਸੀ। ਸੋ ਉਸ ਮੌਕੇ ਦੇ ਉੱਤੇ ਵਾਹਿਗੁਰੂ ਕੋਈ ਨਾ ਕੋਈ ਇਹੋ ਜਿਹੀ ਵਿਧ ਬਣਾਉਂਦਾ ਹੈ ਕਿ ਦੀਪ ਸਿੱਧੂ ਬੰਬਈ ਤੋਂ ਚੱਲ ਕੇ ਪਤਾ ਨਹੀਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਇਆ, ਆ ਕੇ ਐਕਟਿਵ ਹੋਇਆ। ਉਹਨੇ ਆਪਦਾ ਬਿਰਤਾਂਤ ਸਿਰਜਣ ਦਾ ਇੱਕ ਅਮਲ ਸ਼ੁਰੂ ਕਰਤਾ ਇਕੱਲੇ ਨੇ। ਇੱਕ ਪਾਸੇ 32 ਕਿਸਾਨ ਜਥੇਬੰਦੀਆਂ, ਇੱਕ ਪਾਸੇ ਉਹ ਇਕੱਲਾ ਹੈ। ਇਹ ਕੰਮ ਸੌਖਾ ਨਹੀਂ ਸੀ। ਉਸ ਮੌਕੇ 1.25 ਲੱਖ ਸੇ ਏਕ ਲੜਾਊਂ, ਉਹ ਸਪਿਰਿਟ ਚਾਹੀਦੀ ਸੀ। ਉਹਨਾਂ ਨੇ ਬੜਾ ਦਬਾਉਣ ਦਾ ਕੋਸ਼ਿਸ਼ ਕੀਤੀ, ਕਿੰਨੇ ਝੂਠੇ ਦੋਸ਼ ਲਾਏ, ਕਿੰਨੇ ਪ੍ਰਚਾਰੇ, ਕਿੰਨਾ ਬਦਨਾਮ ਕੀਤਾ, ਪਰ ਦਬਿਆ ਨਹੀਂ। ਤੇ ਅਖੀਰ ਨੂੰ ਕੀ ਹੋਇਆ ਉਹ ਤੁਹਾਡੇ ਸਾਹਮਣੇ। ਉਸ ਬਿਰਤਾਂਤ ਦਾ ਅੱਜ ਸਾਨੂੰ ਜਿਹੜਾ ਸਿੱਟਾ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਲੋਕ ਤਾਂ ਇਹੀ ਸਮਝ ਰਹੇ ਸੀ ਕਿ ਸਾਡੀ ਲੜਾਈ ਬਿੱਲ ਮਾਫ ਕਰਵਾਉਣ ਦੀ ਹੈ, ਬਿੱਲ ਮਨਸੂਖ ਕਰਵਾਉਣ ਦੀ ਹੈ, ਸਾਡੀ ਲੜਾਈ ਫਸਲਾਂ ਦੇ ਭਾਅ ਵਧਾਉਣ ਦੀ ਹੈ। ਇਹ ਦੀਪ ਸਿੱਧੂ ਧੜੱਲੇ ਨਾਲ ਲੈ ਕੇ ਆਇਆ ਕਿ ਨਹੀਂ, ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਹੈ। ਇੱਥੇ ਕੀਮਤਾਂ ਦੀ ਗੱਲ ਨਹੀਂ, ਸਾਡੀ ਹੋਂਦ ਦਾ ਮਸਲਾ ਹੈ। ਇਹ ਸ਼ਬਦ ਭੁੱਲ ਗਏ ਸੀ। ਸੰਤ ਵਰਤਦੇ ਹੁੰਦੇ ਸੀ ਕਿ ਸਾਡੀ ਹੋਂਦ ਖਤਰੇ 'ਚ ਹੈ, ਪਰ ਆਉਣ ਵਾਲੀਆਂ ਪੀੜ੍ਹੀਆਂ ਉਹ ਭੁੱਲ ਗਈਆਂ ਸੀ ਕਿ ਹੋਂਦ ਤੋਂ ਕੀ ਭਾਵ ਹੈ। ਲੜਾਈ ਇੱਕ ਬੜੀਆਂ ਤੰਗ ਦੀਆਂ ਝਿੜੀਆਂ 'ਚ ਘੁੰਮੀ ਜਾਂਦੀ ਸੀ। ਸਾਡੀ ਪੰਥਕ ਸਰਗਰਮੀ ਵੀ ਕਹਿੰਦੇ ਸੀ ਕੁਝ ਬੰਦੇ, ਪਰ ਉਹਨਾਂ ਦੀ ਗੱਲ ਕੌਮ ਦੇ ਦਿਲਾਂ 'ਚ ਨਹੀਂ ਸੀ ਉਤਰਦੀ। ਸੋ ਇਹਦੇ 'ਚੋਂ ਇੱਕ ਸਿੱਟਾ ਇਹ ਵੀ ਦੇਖੋ ਤੁਸੀਂ ਕਿ ਗੱਲ ਉਹੀ ਤਾਕਤਵਰ ਬਣਦੀ ਹੈ ਜਿਹੜੀ ਲੋਕਾਂ ਦੇ ਦਿਲਾਂ ਤੱਕ ਜਾ ਵੱਜੇ। ਸੋ ਮੈਂ ਤਾਂ ਆਪਦੇ ਜ਼ਿੰਦਗੀ ਦੇ ਵਿੱਚ ਇਹ ਦੇਖਿਆ ਕਿ ਬਹੁਤ ਬੰਦਿਆਂ ਨੇ ਇਹ ਜ਼ਮੀਨ ਤਿਆਰ ਕੀਤੀ। ਸੰਤਾਂ ਨੇ, ਸੰਤਾਂ ਦੇ ਜੁਝਾਰੂ ਸਾਥੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ। ਉਸ ਤੋਂ ਬਾਅਦ ਜੋ ਖਾੜਕੂ ਸੰਘਰਸ਼ ਚੱਲਿਆ, 10 ਸਾਲ ਜਿੰਨਾ ਜ਼ੁਲਮ ਹੋਇਆ, ਜਿੰਨੀਆਂ ਕੁਰਬਾਨੀਆਂ ਹੋਈਆਂ, ਉਹਨਾਂ ਸਾਰਿਆਂ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਇੱਕ ਜ਼ਮੀਨ ਤਿਆਰ ਕਰਤੀ ਸੀ, ਪਰ ਕੋਈ ਇੱਕ ਆਵਾਜ਼ ਚਾਹੀਦੀ ਸੀ ਜਿਹੜੀ ਲੋਕਾਂ ਦੇ ਐਨ ਦਿਲਾਂ 'ਚ ਜਾ ਵੱਜਦੀ। ਤੇ ਵਾਹਿਗੁਰੂ ਨੇ ਇਹ ਵੀ ਕੋਈ ਵਿਧ ਬਣਾਤੀ ਕਿ ਉਹ ਆਵਾਜ਼ ਪੈਦਾ ਹੋਈ। ਗੱਲਾਂ ਉਹੀ ਨੇ ਜਿਹੜੀਆਂ ਅਸੀਂ ਵੀ ਕਰ ਰਹੇ ਹਾਂ ਤੇ ਲੋਕ ਆਪਾਂ ਹੋਰ ਵੀ ਕਰਦੇ ਸੀਗੇ, ਪਰ ਜਦੋਂ ਦੀਪ ਸਿੱਧੂ ਬੋਲਦਾ ਸੀ ਤਾਂ ਉਹ ਲੱਖਾਂ ਲੋਕਾਂ ਦੇ ਦਿਲਾਂ 'ਚ ਜਾ ਵੱਜਦੀ ਸੀ। ਇਸੇ ਕਰਕੇ ਉਹਦੀਆਂ ਗੱਲਾਂ ਅੱਜ ਸਾਡੇ ਸਾਹਮਣੇ ਆ ਰਹੀਆਂ। ਮੈਂ ਤਾਂ ਹੁਣ ਉਹ ਦੇਖ ਕੇ ਹੈਰਾਨ ਹੁੰਦਾ ਕਿ 1.5 ਸਾਲ ਦੀ ਜ਼ਿੰਦਗੀ 'ਚ ਕਿੰਨਾ ਕੰਮ ਕੀਤਾ ਹੈ, ਕਿੰਨੀਆਂ ਸਪੀਚਾਂ ਤੇ ਕਿੰਨਾ ਕੁਛ ਕਹਿ ਗਿਆ ਉਹ, ਜਿਹੜੀਆਂ ਹੁਣ ਸਾਨੂੰ ਬਾਰ-ਬਾਰ ਅਸੀਂ ਉਹਨਾਂ ਨੂੰ ਰਿਪੀਟ ਕਰ ਰਹੇ ਹਾਂ, ਦੇਖ ਰਹੇ ਹਾਂ। ਸੋ ਜੇ ਕੰਮ ਕਰਨਾ ਕੌਮ ਵਾਸਤੇ ਤਾਂ ਇਸ ਜਜ਼ਬੇ ਨਾਲ ਤੇ ਇੰਨੀ ਸਪਸ਼ਟਤਾ ਨਾਲ ਕਰਨਾ ਪਊਗਾ। ਇੱਥੇ ਢਿੱਲੇ ਜੇ ਤੁਰ ਕੇ ਵੀ ਚੱਲ ਕਦੇ ਕੁਛ ਕਰ ਲਿਆ, ਕਦੇ ਨਾ ਕੀਤਾ, ਇਹ ਨਹੀਂ। ਇਹ ਤਾਂ ਹਰ ਵੇਲੇ ਤੁਸੀਂ ਇਹ ਸਮਝੋ ਕਿ ਅਸੀਂ ਜੰਗ ਦੇ ਮੈਦਾਨ 'ਚ ਹਾਂ। ਇਹ ਇੰਨੀ ਸਸਤੇ ਪਾ ਆਜ਼ਾਦੀ ਨਹੀਂ ਮਿਲਣੀ। ਜਿਹਦੇ ਨਾਲ ਸਾਡਾ ਵਾਹ ਪਿਆ ਉਹਦੇ ਖਾਸੇ ਨੂੰ ਕਦੇ ਨਾ ਭੁੱਲੋ। ਉਹ ਇਕੱਲਾ ਜ਼ਾਲਮ ਨਹੀਂ, ਜ਼ਾਲਮ ਤਾਂ ਹੋਰ ਵੀ ਬਹੁਤ ਸਾਰੇ ਰਾਜ ਹੁੰਦੇ ਆ। ਜ਼ਾਲਮ ਤਾਂ ਮੁਗਲ ਵੀ ਸੀਗੇ। ਇਹ ਜ਼ਾਲਮ ਤੋਂ ਵੱਧ ਕੇ ਇਹਨਾਂ 'ਚ ਕਪਟ ਬਹੁਤ ਹੈ, ਇਹਨਾਂ ਦੇ ਖੂਨ 'ਚ ਹੈ, ਇਹਨਾਂ ਦੇ DNA 'ਚ ਹੈ। ਤੁਸੀਂ ਕੋਈ ਯੁੱਧ ਪੜ੍ਹ ਲਓ, ਰਮਾਇਣ ਤੋਂ ਲੈ ਕੇ ਮਹਾਭਾਰਤ ਤੇ ਹੋਰ ਕੋਈ ਵੀ ਪੁਰਾਣ ਪੜ੍ਹ ਲਓ, ਕਿਸੇ ਯੋਧੇ ਨੂੰ ਇਹਨਾਂ ਨੇ ਬਿਨਾਂ ਧੋਖੇ ਤੋਂ ਮਾਰਿਆ ਹੋਵੇ। ਹਰ ਯੋਧੇ ਨੂੰ ਧੋਖੇ ਨਾਲ ਮਾਰਿਆ।
ਸੋ ਧੋਖੇ ਨੂੰ ਇੰਨੀ ਪ੍ਰਵਾਨਗੀ ਦੇ ਦੇਣੀ ਸਾਰੇ ਲੋਕਾਂ ਵੱਲੋਂ, ਇਹ ਦੁਨੀਆ 'ਚ ਹੋਰ ਕਿਸੇ ਕੌਮ ਦੇ ਹਿੱਸੇ ਨਹੀਂ ਆਇਆ ਕਿ ਧੋਖੇ ਨੂੰ ਵਧੀਆ ਚੀਜ਼ ਸਮਝਣ ਲੈਣੀ। ਇੱਥੇ ਸਿੱਖ ਜੰਗਾਂ ਤੁਹਾਡੇ ਸਾਹਮਣੇ ਆ, ਗੁਰੂਆਂ ਦੀਆਂ ਜੰਗਾਂ ਸਾਹਮਣੇ ਆ ਕਿ ਉੱਥੇ ਧੋਖਾ ਨਹੀਂ, ਉੱਥੇ ਲਲਕਾਰ ਕੇ ਦੁਸ਼ਮਣ ਨੂੰ ਮਾਰਿਆ ਗਿਆ ਤੇ ਮਾਰ ਕੇ ਵੀ ਉਹਦੇ ਉੱਤੇ ਰਹਿਮ ਕੀਤਾ ਗਿਆ। ਇਹ ਤਾਂ ਫਿਰ ਲਾਸ਼ਾਂ ਨਾਲ ਕੀ ਕਰਦੇ ਨੇ, ਇਹ ਬਹੁਤ ਘੱਟ ਹੁੰਦਾ ਇਸ ਤਰ੍ਹਾਂ ਦਾ, ਇਕੱਲੇ ਮਾਰਦੇ ਨਹੀਂ। ਸੋ ਇਹਦਾ ਸਾਨੂੰ ਜਿਹੜਾ ਖਾਸਾ ਇਸ ਹਕੂਮਤ ਦਾ, ਇਸ ਰਾਜ ਦਾ, ਉਹਦੇ ਬਾਰੇ ਕਿਸੇ ਭੁਲੇਖੇ 'ਚ ਨਾ ਰਹੋ। ਜ਼ੁਲਮ ਦਾ ਟਾਕਰਾ ਤਾਂ ਹੋ ਜਾਂਦਾ, ਕਪਟ ਦਾ ਟਾਕਰਾ ਕਰਨ ਵਾਸਤੇ ਬੁੱਧੀ ਜਿਹੜੀ ਆਪਦੀ ਹੈ ਉਹ ਬਹੁਤ ਪ੍ਰਚੰਡ ਕਰਨੀ ਪੈਂਦੀ ਹੈ। ਜੇ ਉਹ ਪ੍ਰਚੰਡ ਨਹੀਂ ਹੋ, ਅਸੀਂ ਜ਼ੁਲਮ ਦਾ ਮੁਕਾਬਲਾ ਤਾਂ ਕਰ ਲਾਂਗੇ, ਪਰ ਜਿਹੜੀਆਂ ਉਹਨਾਂ ਨੇ ਕੁਚਾਲਾਂ ਚੱਲਣੀਆਂ ਪੈਰ ਪੈਰ 'ਤੇ, ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ। ਝੂਠ ਬੋਲਣ ਦੀ ਉਹਨਾਂ 'ਚ ਕਿੰਨੀ ਸਮਰੱਥਾ ਹੈ ਤੇ ਉਹਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਕਿੰਨੀ ਸਮਰੱਥਾ ਹੈ, ਇਹ ਹੋਰ ਬਹੁਤ ਘੱਟ ਥਾਵਾਂ 'ਤੇ ਇਸ ਤਰ੍ਹਾਂ ਦਾ ਹੁੰਦਾ ਹੈ। ਸੋ ਇਹ ਤਾਂ ਮੈਂ ਇੰਨੀਆਂ ਕੀ ਗੱਲਾਂ ਅੱਜ ਇਸ ਮੌਕੇ ਦੇ ਉੱਤੇ ਕਿ ਸਾਨੂੰ ਸਭ ਕੁਝ ਦੇਖ ਕੇ ਕਿ ਸਾਡੇ ਸਾਹਮਣੇ ਚੁਣੌਤੀਆਂ ਕਿਸ ਕਿਸਮ ਦੀਆਂ, ਉਹਦੇ ਵਾਸਤੇ ਸਾਨੂੰ ਤਿਆਰ ਹੋਣਾ ਪਊਗਾ। ਤੇ ਇਹ ਗੱਲ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਕਿ ਸਾਡੇ 'ਚ ਜਜ਼ਬਾ ਹੈ, ਪਰ ਅਸੀਂ ਜੇ ਉਸ ਤਰ੍ਹਾਂ ਤਿਆਰ ਨਹੀਂ ਹੋਏ। ਇੱਥੇ ਡਾਕਟਰ ਚੀਮਾ ਏਕਤਾ ਦੀ ਗੱਲ ਕਰਕੇ ਗਏ ਕਿ ਸਾਰੇ ਇੱਕ ਥਾਂ ਇਕੱਠੇ ਹੋ। ਇਹ ਗੱਲਾਂ ਅਸੀਂ ਵੀ ਕਹਿ ਰਹੇ ਹਾਂ, ਸਾਰੇ ਕਹਿ ਰਹੇ ਨੇ, ਪਰ ਏਕਤਾ ਹੋ ਨਹੀਂ ਰਹੀ। ਉਹਦਾ ਕੋਈ ਕਾਰਨ ਤਾਂ ਲੱਭਣਾ ਪਊ ਨਾ, ਕਿਹੜੇ ਕਾਰਨ ਕਰਕੇ ਨਹੀਂ ਹੋ ਰਹੇ। ਇਹਦੀਆਂ ਮਿਸਾਲਾਂ ਸੰਤਾਂ ਨੇ ਕਾਇਮ ਕੀਤੀਆਂ ਕਿ ਏਕਤਾ ਵਾਸਤੇ ਤਿਆਗ ਜ਼ਰੂਰੀ ਹੈ। ਜਦੋਂ ਉਹਨਾਂ ਨੇ ਏਕਤਾ ਦੀ ਗੱਲ ਕੀਤੀ ਕਿ ਮੈਂ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰਨਾ ਹੈ, ਤਾਂ ਉਹਦੀ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਕੋਈ ਭੁੱਖ ਨਹੀਂ, ਮੈਂ ਕੋਈ ਅਹੁਦਾ ਲੈਣਾ ਹੀ ਨਹੀਂ। ਜੇ ਤਾਂ ਇਹ ਤਿਆਗ ਹੋਵੇ, ਏਕਤਾ ਹੋ ਜੂ। ਜਿੰਨਾ ਚਿਰ ਤਿਆਗ ਨਹੀਂ, ਉਹਨਾਂ ਚਿਰ ਏਕਤਾ ਨਹੀਂ ਹੋਣੀ। ਤੇ ਜਿਹੜਾ ਤਿਆਗ ਹੈ ਉਹ ਤਾਂ ਨਾਮ ਬਾਣੀ ਬਗੈਰ ਨਹੀਂ ਆ ਸਕਦਾ ਅਸਲੀ ਅਰਥਾਂ ਦੇ ਵਿੱਚ। ਤੇ ਮਨ ਤੁਹਾਡੇ ਤਾਂ ਸਾਫ਼ ਹੋਣਗੇ ਜਦੋਂ ਉਹਦੇ ਵਿੱਚੋਂ ਜਿਹੜੇ ਮਨੋ ਵਿਕਾਰਾਂ ਦਾ, ਜਿਹ 'ਚੋਂ ਮੈਂ ਮਰੂ, ਗਰਜ ਮਰੂਗੀ, ਖੁਦ ਗਰਜੀ ਮਰੂਗੀ, ਇੱਕ ਦੂਜੇ ਪ੍ਰਤੀ ਸਾੜਾ ਤੇ ਨਫ਼ਰਤ ਦਿਲਾਂ 'ਚੋਂ ਨਿਕਲੂਗੀ। ਸੋ ਕੁਛ ਗੱਲਾਂ ਬਾਰੇ ਸਖਤ ਪੋਜੀਸ਼ਨਾਂ ਲੈ ਲਓ। ਅੱਜ ਸਾਡੇ ਇਹੀ ਚੱਲ ਰਿਹਾ ਹੈ। ਜ਼ਿਆਦਾ ਕੰਮ ਕੀ ਹੋ ਰਿਹਾ ਹੈ, ਇੱਕ ਦੂਜੇ ਦੀ ਨਿੰਦਿਆ ਹੋ ਰਹੀ ਹੈ। ਤੁਸੀਂ ਇਹ ਅਸੂਲ ਬਣਾ ਲਓ ਕਿ ਜਦੋਂ ਕੋਈ ਬੰਦਾ ਕਿਸੇ ਦੀ ਨਿੰਦਿਆ ਕਰਦਾ, ਉਹਨੂੰ ਉੱਥੇ ਹੀ ਰੋਕਿਆ ਜਾਵੇ, ਸਨੱਬ ਕੀਤਾ ਜਾਵੇ। ਜਦੋਂ ਸਾਡੇ ਆਪਣਿਆਂ 'ਚੋਂ ਕਿਸੇ ਦੀ ਨਿੰਦਿਆ ਕਰਦਾ, ਅਕਾਲੀ ਆਗੂਆਂ ਦੀ ਕਰਦਾ, ਕਰ ਲੈਣ ਦਿਓ। ਜਦੋਂ ਅਸੀਂ ਇੱਕੋ ਹੀ ਰਾਹ 'ਤੇ ਤੁਰ ਰਹੇ ਬੰਦੇ, ਅਸੀਂ ਆਪਸ ਵਿੱਚ ਇੱਕ ਦੂਜੇ ਦੀ ਨਿੰਦਿਆ ਕਰਦੇ ਹਾਂ, ਉਹਨੂੰ ਸਨੱਬ ਕਰੋ, ਉਹਨੂੰ ਰੋਕੋ, ਉਹਨੂੰ ਕਹੋ ਵੀ ਉਹ ਜੋ ਤੈਨੂੰ ਨਹੀਂ ਠੀਕ ਲੱਗਦਾ ਉਹਨੂੰ ਕਰਨ ਦਿਓ ਤੇ ਤੂੰ ਉਦੋਂ ਠੀਕ ਕਰ ਲਾ ਆਪਣਾ। ਹੁਣ ਮੈਂ ਕੋਈ ਕਿਤਾਬ ਲਿਖਦਾ, ਕਿਸੇ ਬੰਦੇ ਨੂੰ ਨਹੀਂ ਠੀਕ ਲੱਗਦੀ, ਉਹਦਾ ਅਸਲੀ ਢੰਗ ਤਾਂ ਇਹ ਹੈ ਨਾ ਵੀ ਤੁਸੀਂ ਠੀਕ ਲਿਖ ਦਿਓ ਬਸ ਉਹਦੇ ਮੁਕਾਬਲੇ 'ਤੇ ਕਿ ਆਹ ਹੈ ਮੇਰੀ ਕਿਤਾਬ। ਜੇ ਤੁਸੀਂ ਲਿਖਦੇ ਕੁਛ ਨਹੀਂ, ਦੂਜੇ ਦੀ ਪਹਿਲਾਂ ਨਿੰਦਿਆ ਕਰੀ ਜਾਂਦੇ ਹੋ, ਮੈਂ ਕੁਛ ਬੋਲਦਾ ਕਿਸੇ ਨੂੰ ਗਲਤ ਲੱਗਦਾ ਹੈ ਤਾਂ ਤੁਸੀਂ ਠੀਕ ਬੋਲੋ। ਅੱਜ ਇੱਥੇ ਕੋਈ ਕਿਸੇ ਨੂੰ ਰੋਕ ਤਾਂ ਸਕਦਾ ਹੀ ਨਹੀਂ, ਇੰਨੇ ਸਾਧਨ। ਸੋ ਕੁਛ ਗੱਲਾਂ 'ਚ ਤੁਹਾਨੂੰ ਸਪਸ਼ਟ ਤੇ ਸਖਤ ਸਟੈਂਡ ਲੈਣੇ ਪੈਣਗੇ। ਤੇ ਜਿੰਨਾ ਚਿਰ ਇਹ ਹੁੰਗਾਰਾ ਉਹਨਾਂ ਨੂੰ ਮਿਲਦਾ ਰਹੂਗਾ, ਜੇ ਇਹ ਬਿਰਤੀ ਹੁੰਦੀ ਹੈ, ਬਿਰਤੀ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੱਲ ਬਿਰਤੀ ਦੀ ਹੁੰਦੀ ਹੈ। ਹੰਸ ਨੇ ਮੋਤੀ ਚੁਗਣੇ ਨੇ ਤੇ ਜਿਹੜਾ ਕਾਂ ਹੈ ਉਹਨੇ ਗੰਦ ਹੀ ਫਰੋਲਣਾ ਚਾਹੀਦਾ, ਉਹਦੀ ਬਿਰਤੀ ਹੈ ਇਹ। ਵਾਹਿਗੁਰੂ ਨੇ ਕੁਝ ਬਿਰਤੀਆਂ ਪਾਤੀਆਂ, ਪਰ ਤੁਸੀਂ ਉਹ ਬਿਰਤੀਆਂ ਨੂੰ ਲਗਾਮ ਪਾਓ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਸ ਕਿਸਮ ਦੀ ਅੱਜ ਹਾਲਤ 'ਚ ਹਾਂ, ਤੇ ਜਿੰਨਾ ਚਿਰ ਅਸੀਂ ਇਕੱਠੇ ਤੇ ਇੱਕ ਮੁੱਠ ਨਹੀਂ ਹੁੰਦੇ, ਉਹਨਾਂ ਚਿਰ ਸਾਡਾ ਕੁਝ ਨਹੀਂ ਬਣ ਸਕਦਾ। ਸੋ ਇਹ ਗੱਲ ਨੂੰ ਅਸੀਂ ਰੋਕੀਏ, ਇੱਕ ਦੂਜੇ ਦੀ ਨਿੰਦਿਆ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਨੂੰ। ਕੁਛ ਨਾ ਕੁਛ ਆਪਦਾ ਪੋਜ਼ੀਟਿਵ ਲੈ ਕੇ ਅੱਗੇ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਦੂਜੀ ਗੱਲ, ਡਾਕਟਰ ਚੀਮਾ ਇੱਥੇ ਕਹਿ ਕੇ ਗਏ ਨੇ ਕਿ ਜਿਹੜੀ ਇੱਕ ਹੁੰਦਾ ਇੰਟਰਨਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇੱਕ ਹੁੰਦਾ ਐਕਸਟਰਨਲ। ਇਹ ਠੀਕ ਹੈ ਕਿ ਅਸੀਂ ਸੰਤਾਂ ਦੇ ਆਉਣ ਤੋਂ ਪਹਿਲਾਂ ਜਾਂ 84 ਤੋਂ ਪਹਿਲਾਂ
ਜਿਹੜਾ ਸੰਘਰਸ਼ ਸੀ ਉਹ ਅੰਦਰੂਨੀ ਆਤਮ ਨਿਰਣੇ ਦਾ ਹੱਕ ਲੈਣ ਤੱਕ ਰਿਹਾ। ਉਦੋਂ ਉਹ ਸਹੀ ਹੋ ਸਕਦਾ, ਕਿਉਂਕਿ ਅਜੇ ਭਰਮ ਟੁੱਟੇ ਨਹੀਂ ਸੀ। ਉਹ ਭਰਮ ਟੁੱਟਣਾ ਜ਼ਰੂਰੀ ਸੀ। ਇਸੇ ਕਰਕੇ ਸੰਤ ਵਾਰ-ਵਾਰ ਮਤਲਬ ਉਹਨਾਂ 'ਤੇ ਜਦੋਂ ਦਬਾਅ ਪੈਂਦਾ ਸੀ ਕਿ ਖਾਲਿਸਤਾਨ ਦੀ ਗੱਲ ਕਰੋ, ਖਾਲਿਸਤਾਨ ਦੀ, ਇਹ ਸੰਤਾਂ ਨੂੰ ਪਤਾ ਸੀ ਕਿ ਮੈਂ ਕਦੋਂ ਕਰਨੀ ਹੈ ਅਤੇ ਕਿਸ ਲਹਿਜੇ 'ਚ ਕਰਨੀ ਹੈ। ਸੋ ਪਹਿਲਾਂ ਕੌਮ ਨੂੰ ਉੱਥੋਂ ਤੱਕ ਲੈ ਕੇ ਗਏ। ਉਹੀ ਆਨੰਦਪੁਰ ਦਾ ਮਤ ਹੈ। ਅਕਾਲੀ ਜਦੋਂ ਉਹਦੀ ਵਿਆਖਿਆ ਕਰਦੇ ਨੇ ਉਹ ਗੁਲਾਮੀ ਵੱਲ ਨੂੰ ਲਿਜਾਂਦੇ ਨੇ, ਸੰਤ ਜਦੋਂ ਉਹਦੀ ਵਿਆਖਿਆ ਕਰਦੇ ਨੇ ਉਹ ਆਜ਼ਾਦੀ ਵੱਲ ਨੂੰ ਲੈ ਜਾਂਦੇ ਨੇ। ਸੋ ਉਹਨਾਂ ਨੇ ਉਹ ਜ਼ਮੀਨ ਤਿਆਰ ਕੀਤੀ ਪਹਿਲਾਂ, ਅਤੇ ਫਿਰ ਅਖੀਰ 'ਤੇ ਜਾ ਕੇ ਬਿਆਨ ਦਿੱਤਾ ਕਿ ਜਿੱਦਣ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋ ਜੂ ਉਦਣ ਖਾਲਿਸਤਾਨ ਦੀ ਨੀਂਹ ਰੱਖੀ ਜਾਵੇ। ਸੋ ਉਹ ਇੱਕ ਸਿਫਤੀ ਮੋੜ ਕੱਟਿਆ ਸਾਡੇ ਸੰਘਰਸ਼ ਨੇ। ਜੂਨ 84 ਤੋਂ ਪਹਿਲਾਂ ਇੱਕ ਅਸੀਂ ਹੋਰ ਕਿਸਮ ਦੀ ਲੜਾਈ ਲੜ ਰਹੇ ਸੀ, ਜੂਨ 84 ਤੋਂ ਬਾਅਦ ਅਸੀਂ ਹੋਰ ਕਿਸਮ ਦੀ ਲੜਾਈ ਲੜ ਰਹੇ ਹਾਂ। ਸੋ ਅੱਜ ਸਾਡਾ ਜੋ ਨਿਸ਼ਾਨਾ ਹੈ ਉਹ ਅੰਦਰੂਨੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਨਹੀਂ, ਅੱਜ ਸਾਡਾ ਐਕਸਟਰਨਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ। ਪਰ ਇਹਦੇ ਵਿੱਚ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਕੋਈ ਹਾਕਮ ਕਿਸੇ ਕੌਮ ਦੇ ਉੱਤੇ ਵੱਡਾ ਜ਼ੁਲਮ ਢਾਉਂਦਾ ਹੈ, ਉਹਨੂੰ ਵੀ ਪਤਾ ਹੁੰਦਾ ਕਿ ਇਹਨਾਂ ਦੇ ਅੰਦਰ ਰੋਸ ਪੈਦਾ ਹੋਊ ਅਤੇ ਬਗਾਵਤ ਪੈਦਾ ਹੋਊ। ਉਹ ਉਹਦੇ ਇੰਤਜ਼ਾਮ ਕਰਦਾ ਪਹਿਲਾਂ। ਉਹਨਾਂ ਇੰਤਜ਼ਾਮਾਂ 'ਚ ਇੱਕ ਗੱਲ ਇਹ ਹੁੰਦੀ ਹੈ ਕਿ ਤੁਸੀਂ ਜ਼ੋਰ ਲਾਓ ਇਸ ਗੱਲ 'ਤੇ ਕਿ ਕੌਮ ਉਹਨੂੰ ਭੁੱਲ ਜੇ। ਉਹਨਾਂ ਨੇ ਉਹਨੂੰ ਭੁਲਾਉਣ 'ਤੇ ਜ਼ੋਰ ਲਾਉਣਾ ਹੁੰਦਾ ਹੈ ਅਤੇ ਕੌਮ ਨੇ ਯਾਦ ਰੱਖਣ 'ਤੇ ਜ਼ੋਰ ਲਾਉਣਾ ਹੁੰਦਾ ਹੈ। ਸੋ ਆਹ ਜਿਹੜੇ ਪਿਛਲੇ ਸਾਲ ਨਿਕਲੇ ਨੇ ਇਹਦੇ ਵਿੱਚ ਇਹੀ ਹੋਇਆ। ਮੈਨੂੰ ਪਤਾ ਹੈ ਕਿ 85 ਦੇ ਵਿੱਚ ਬੰਦੇ ਦਰਜਨਾਂ ਵੀ ਨਹੀਂ ਸੀ ਇਕੱਠੇ ਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਸਤੇ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਵਾਸਤੇ। ਉਹ ਦਿਨਾਂ ਤੋਂ ਚੱਲ ਕੇ ਅੱਜ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ। ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ। ਪਰ ਹੋਰ ਵੀ ਅਜੇ ਬਹੁਤ ਭਰਮ ਨੇ ਲੋਕਾਂ ਦੇ ਮਨਾਂ 'ਚ। ਉਹ ਭਰਮ ਅਜੇ ਸਾਨੂੰ ਤੋੜਨੇ ਪੈਣਗੇ, ਟੁੱਟਣਗੇ ਉਹ ਤੁਹਾਡੇ ਬਿਰਤਾਂਤ ਨਾਲ। ਅਤੇ ਉਹ ਬਿਰਤਾਂਤ ਇਸ ਤਰ੍ਹਾਂ ਰਚਿਆ ਜਾਵੇ ਵੀ ਲੋਕਾਂ ਦੇ ਮਨਾਂ 'ਚ ਜਾ ਕੇ, ਜਿਵੇਂ ਦੀਪ ਸਿੱਧੂ ਨੇ ਮਿਸਾਲ ਕੀਤੀ, ਗੱਲਾਂ ਉਹੀ ਜੋ ਅਸੀਂ ਕਰਦੇ ਸੀਗੇ, ਪਰ ਉਹੀ ਗੱਲ ਇੱਥੇ ਫਿਰ ਜਾਣ ਦੇਣੀ ਪੈਂਦੀ ਆ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ। ਜਦੋਂ ਲੋਕਾਂ ਨੂੰ ਯਕੀਨ ਹੋ ਜੇ ਬੰਦਾ ਇਹ ਸੱਚਾ ਸੀ, ਫਿਰ ਉਹਦਾ ਲੋਕ ਉਸ ਦੀ ਗੱਲ ਦਾ ਫਿਰ ਉੱਤੇ ਅਸਰ ਬੜਾ ਪੈਂਦਾ। ਸੋ ਇਸ ਕਰਕੇ ਲੜਾਈ ਜਿੱਤ ਸਾਡੀ ਯਕੀਨੀ ਹੈ, ਇਸ ਬਾਰੇ ਕੋਈ ਰੌਲਾ ਭੁਲੇਖਾ ਨਹੀਂ, ਪਰ ਜਿੱਤ ਇੰਨੀ ਆਸਾਨ ਨਹੀਂ ਹੋ ਸਕਦੀ। ਇਹਦੇ ਬਾਰੇ ਭਰਮ ਨਾ ਪਾਲੀਏ। ਲੜਾਈ ਵਾਸਤੇ ਤਿਆਰ ਹੋਈਏ, ਅਤੇ ਲੜਾਈ ਵਾਸਤੇ ਦੋ ਪੱਧਰ 'ਤੇ ਤਿਆਰੀ ਦੀ ਲੋੜ ਹੈ। ਇੱਕ ਤਾਂ ਜਿਹੜੀ ਏਕਤਾ ਦੀ ਗੱਲ ਜਾਂ ਜਥੇਬੰਦੀ ਦੀ, ਕਿ ਸਾਡਾ ਜਿੰਨਾ ਜਥੇਬੰਦੀ ਮਜ਼ਬੂਤ ਹੋਊ ਉਨੀ ਅਸੀਂ ਲੜਾਈ ਜਿੱਤ ਸਕਾਂਗੇ। ਦੂਜੀ ਗੱਲ ਸਾਡੇ 'ਚ ਸਪਸ਼ਟਤਾ ਕਿੰਨੀ ਹੈ। ਸੋ ਸਿਧਾਂਤਕ ਅਤੇ ਜਥੇਬੰਦਕ ਤਿਆਰੀਆਂ ਇਹ 'ਤੇ ਸਾਨੂੰ ਪੂਰਾ ਜ਼ੋਰ ਲਾ ਦੇਣਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਗੇੜ ਹੈ ਲੜਾਈ ਦਾ ਉਹਦੇ ਵਾਸਤੇ ਤਿਆਰ ਹੋਈਏ। ਸੋ ਇੰਨੀਆਂ ਕੁ ਵਿਚਾਰਾਂ ਮੈਂ ਤੁਹਾਡੇ ਨਾਲ ਇੱਥੇ ਸਾਂਝੀ, ਜਿੰਨਾ ਕੁ ਹੁਣ ਆਪਣੇ ਕੋਲ ਸਮਾਂ ਸੀ ਆਪਾਂ ਇੰਨੀਆਂ ਕੀ ਕੀਤੀਆਂ, ਪਰ ਇਹ ਗੱਲਾਂ ਲਗਾਤਾਰ ਅੱਡ-ਅੱਡ ਪਲੇਟਫਾਰਮਾਂ ਤੋਂ ਹੁੰਦੀਆਂ ਰਹਿਣਗੀਆਂ। ਇਹ ਕੋਈ ਇੱਕ ਮੌਕਾ ਨਹੀਂ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਮਰਨ कबूल जीवन की छड आस हो सबना की रेणका तो आओ हमारे पास। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ 1984 ਦੇ ਉਹਨਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ ਨਗਰ ਕੀਰਤਨ ਜੋ ਫਰੀडम ਮਾਰਚ ਨਿਕਲਿਆ ਹੈ, ਇਸ ਵਿੱਚ ਸ਼ਮੂਲੀਅਤ ਕਰਕੇ ਬੁਲਾਰਿਆਂ ਨੂੰ ਸਰਵਣ ਕਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦੀ ਹਾਂ ਭਾਈ ਸਾਹਿਬ। ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਡਾਕਟਰ ਇਖਤਿਆਰ ਚੀਮਾ ਜੀ ਹੁਣਾਂ ਨੂੰ ਕਿ ਉਹ ਵੀ ਸਟੇਜ ਤੇ ਆਉਣ ਤੇ ਜੋ ਉਹਨਾਂ ਦਾ ਸਨਮਾਨਿਤ ਚਿੰਨ੍ਹ ਬਣਦਾ ਹੈ ਉਹ ਆਪਣੇ ਪ੍ਰਵਾਨ ਕਰਨ ਜੀ। ਬੋਲੇ ਸੋ ਨਿਹਾਲ। ਆਪ ਜੀ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਲਈ ਅੱਜ ਇਹ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਪਹੁੰਚੇ ਹੋ।
ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ।